ਪਾਠ 12 ਰਾਜ ਸਰਕਾਰ। ਇਸ ਤੋਂ ਪਹਿਲਾਂ ਅਸੀਂ ਰਾਜ ਵਿਧਾਨ ਮੰਡਲ ਦੇ ਦੋ ਸਦਨ ਹੁੰਦੇ ਹਨ, ਰਾਜ ਵਿਧਾਨ ਸਭਾ ਹੇਠਲਾ ਸਦਨ ਅਤੇ ਰਾਜ ਵਿਧਾਨ ਪਰਿਸ਼ਦ ਉੱਪਰਲਾ ਸਦਨ, ਜਿਸ ਤਰ੍ਹਾਂ ਲੋਕ ਸਭਾ ਅਤੇ ਰਾਜ ਸਭਾ। ਅਤੇ ਰਾਜ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਅਤੇ ਉਹਨਾਂ ਦੀ ਯੋਗਤਾਵਾਂ ਬਾਰੇ ਸਾਰਾ ਕੁਛ ਕਰ ਚੁੱਕੇ ਹਾਂ। ਅਤੇ ਕੱਲ੍ਹ ਆਇਆ ਸੀਗਾ ਰਾਜਪਾਲ। ਜਿਸ ਤਰ੍ਹਾਂ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਕ ਮੁਖੀ ਹੁੰਦਾ ਹੈ ਜਾਂ ਕਾਰਜਵਾਹਕ ਮੁਖੀ ਹੁੰਦਾ ਹੈ, ਉਸੇ ਤਰ੍ਹਾਂ ਰਾਜਪਾਲ ਜੋ ਰਾਜ ਦਾ ਕਾਰਜਵਾਹਕ ਮੁਖੀ ਹੁੰਦਾ, ਜੋ ਨਾ ਮਾਤਰ ਦੀ ਕਾਰਜਪਾਲਿਕਾ ਕਹਿ ਸਕਦੇ ਹਾਂ। ਅਤੇ ਰਾਜਪਾਲ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ 5 ਸਾਲ ਦੇ ਲਈ, ਅਤੇ ਜੇਕਰ ਰਾਸ਼ਟਰਪਤੀ ਚਾਹੇ ਤਾਂ ਉਸਨੂੰ 5 ਸਾਲ ਤੋਂ ਪਹਿਲਾਂ ਵੀ ਹਟਾ ਸਕਦਾ। ਕਿ ਰਾਸ਼ਟਰਪਤੀ ਇੱਕ ਹੀ ਵਿਅਕਤੀ ਨੂੰ, ਭਾਵ ਇੱਕ ਹੀ ਰਾਜਪਾਲ ਨੂੰ ਇੱਕ ਜਾਂ ਇੱਕ ਤੋਂ ਵੱਧ ਰਾਜਾਂ ਦਾ ਰਾਜਪਾਲ ਵੀ ਨਿਯੁਕਤ ਕਰ ਸਕਦਾ ਹੈ। ਅਤੇ ਰਾਜਪਾਲ ਬਣਨ ਲਈ ਘੱਟੋ ਘੱਟ ਉਮਰ 35 ਸਾਲ ਦੀ ਚਾਹੀਦੀ ਹੈ। ਅੱਜ ਅਸੀਂ ਕਰਾਂਗੇ ਰਾਜਪਾਲ ਦੀਆਂ ਸ਼ਕਤੀਆਂ। ਰਾਜਪਾਲ ਰਾਜ ਵਿਧਾਨ ਪਾਲਿਕਾ ਦਾ ਅਧਿਵੇਸ਼ਨ ਬੁਲਾਉਂਦਾ ਹੈ ਅਤੇ ਸਮਾਪਤ ਕਰਦਾ ਹੈ। ਸੈਸ਼ਨ ਆਮ ਤੌਰ 'ਤੇ ਸਾਡੇ ਸੈਸ਼ਨ 3 ਹੁੰਦੇ ਨੇ: ਬਜਟ ਸੈਸ਼ਨ, ਮਾਨਸੂਨ ਅਤੇ ਵਿੰਟਰ। 3 ਸੈਸ਼ਨ ਆਮ ਤੌਰ 'ਤੇ ਅਹਿਮ ਨੇ: ਬਜਟ ਸੈਸ਼ਨ, ਮਾਨਸੂਨ ਅਤੇ ਵਿੰਟਰ। ਜੇਕਰ ਕਿਸੇ ਵਿਦਿਆਰਥੀ ਨੇ ਯਾਦ ਕਰਨਾ ਤਾਂ ਯਾਦ ਕਰ ਸਕਦੇ ਹੋ BMW। BMW ਗੱਡੀ ਹੈ, ਇੱਕ ਬੜੀ ਮਹਿੰਗੀ ਹੈ BMW। ਤਾਂ ਯਾਦ ਕਰਨ ਦਾ ਤਰੀਕਾ ਹੈ BMW। ਤਾਂ BMW ਦਾ ਕੀ ਭਾਵ ਹੈਗਾ? ਮੇਰਾ ਕਹਿਣ ਦਾ ਭਾਵ ਹੈ BMW ਬਜਟ, ਮਾਨਸੂਨ ਅਤੇ ਵਿੰਟਰ। ਅਤੇ ਜੋ ਬਜਟ ਸੈਸ਼ਨ ਹੈ ਇਹ ਸਭ ਤੋਂ ਮਹਿੰਗਾ, ਭਾਵ ਪੈਸਾ। ਤਾਂ BMW ਗੱਡੀ ਵੀ ਮਹਿੰਗੀ ਹੈ। ਤਾਂ 3 ਸੈਸ਼ਨ ਮੇਨ ਹੁੰਦੇ ਨੇ: BMW, ਬਜਟ, ਮਾਨਸੂਨ ਅਤੇ ਵਿੰਟਰ। ਵਿੰਟਰ ਸੈਸ਼ਨ ਸਭ ਤੋਂ ਛੋਟਾ ਹੁੰਦਾ ਗਾ, ਭਾਵ ਘੱਟ ਸਮੇਂ ਦਾ ਹੁੰਦਾ ਗਾ। ਰਾਜਪਾਲ ਰਾਜ ਵਿਧਾਨ ਪਾਲਿਕਾ ਦਾ ਅਧਿਵੇਸ਼ਨ ਬੁਲਾਉਂਦਾ ਹੈ ਅਤੇ ਸਮਾਪਤ ਕਰਦਾ ਹੈ। ਇਸ ਭਾਸ਼ਣ ਵਿੱਚ ਸਰਕਾਰ ਦੇ ਕੀਤੇ ਗਏ ਜਾਂ ਕੀਤੇ ਜਾਣ ਵਾਲੇ ਕੰਮਾਂ, ਨੀਤੀਆਂ ਅਤੇ ਕਾਰਜਕ੍ਰਮ ਦਾ ਵੇਰਵਾ ਹੁੰਦਾ ਹੈ। ਜੋ ਇਹ ਅਧਿਵੇਸ਼ਨ ਸ਼ੁਰੂ ਹੁੰਦਾ ਰਾਜਪਾਲ ਦੇ ਭਾਸ਼ਣ ਦੁਆਰਾ ਸ਼ੁਰੂ ਹੁੰਦਾ, ਅਤੇ ਸਰਕਾਰ ਨੇ ਜੋ ਕੁਝ ਕੀਤਾ ਹੁੰਦਾ ਉਹਨਾਂ ਸਾਰੇ ਕੰਮਾਂ ਦਾ ਵੇਰਵਾ ਦਿੱਤਾ ਜਾਂਦਾ। ਵਿਧਾਨ ਪਾਲਿਕਾ ਦੁਆਰਾ ਪਾਸ ਬਿੱਲ ਨੂੰ ਰਾਜਪਾਲ ਦੀ ਮਨਜ਼ੂਰੀ ਦਿੰਦਾ ਹੈ। ਜੋ ਵੀ ਬਿੱਲ ਕੋਈ ਵਿਧਾਨ ਪਾਲਿਕਾ ਪੇਸ਼ ਕਰਦੀ ਹੈ ਤਾਂ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਉਹ ਬਿੱਲ ਕਾਨੂੰਨ ਨਹੀਂ ਬਣ ਸਕਦਾ। ਵਿਧਾਨ ਪਾਲਿਕਾ ਦਾ ਅਧਿਵੇਸ਼ਨ ਨਾ ਹੋ ਰਿਹਾ ਹੋਵੇ ਤਾਂ ਰਾਜਪਾਲ ਲੋੜ ਪੈਣ 'ਤੇ ਅਧਿਆਦੇਸ਼ ਵੀ ਜਾਰੀ ਕਰ ਸਕਦਾ ਹੈ। ਇਹ ਕਾਨੂੰਨ ਸਮਾਨ ਹੀ ਲਾਗੂ ਹੁੰਦਾ ਹੈ। ਕਈ ਵਾਰ ਅਜਿਹੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਉੱਧਰੋਂ ਸੈਸ਼ਨ ਨਹੀਂ ਚੱਲ ਰਿਹਾ ਹੁੰਦਾ ਅਤੇ ਕੋਈ ਨਾ ਕੋਈ ਅਜਿਹਾ ਲਾ ਦੀ ਲੋੜ ਪੈ ਜਾਂਦੀ ਹੈ ਕਾਨੂੰਨ ਦੀ ਕਿ ਉਸ ਸਮੇਂ ਜਾਰੀ ਕਰਨਾ ਜ਼ਰੂਰੀ ਹੋ ਜਾਂਦਾ ਹੈ। ਤਾਂ ਰਾਜਪਾਲ ਉਸ ਸਮੇਂ ਅਧਿਆਦੇਸ਼, ਆਰਡੀਨੈਂਸ ਜਾਰੀ ਕਰ ਸਕਦਾ ਹੈ, ਜੋ ਇੱਕ ਕਾਨੂੰਨ ਦੀ ਤਰ੍ਹਾਂ ਹੀ ਲਾਗੂ ਹੁੰਦਾ ਹੈ। ਰਾਜਪਾਲ ਰਾਜ ਦਾ ਬਜਟ ਪੇਸ਼ ਕਰਾਉਂਦਾ ਹੈ ਅਤੇ ਧਨ ਬਿੱਲ ਪਾਸ ਹੋਣ ਉਪਰੰਤ ਪ੍ਰਵਾਨਗੀ ਦਿੰਦਾ ਹੈ। ਅਤੇ ਜੋ ਧਨ ਬਿੱਲ ਹੁੰਦਾ ਇੱਕ ਸਧਾਰਨ ਬਿੱਲ ਹੁੰਦਾ। ਜੋ ਧਨ ਬਿੱਲ ਹੁੰਦਾ ਉਹ ਰਾਜਪਾਲ ਦੀ ਅਗੇਤਰੀ ਪ੍ਰਵਾਨਗੀ ਦੁਆਰਾ ਪੇਸ਼ ਹੁੰਦਾ, ਭਾਵ ਧਨ ਬਿੱਲ ਨੂੰ ਰਾਜਪਾਲ ਪਹਿਲਾਂ ਹੀ ਪ੍ਰਵਾਨਗੀ ਦੇ ਦਿੰਦਾ ਅਤੇ ਉਸ ਤੋਂ ਬਾਅਦ ਫਿਰ ਉਹ ਵਿਧਾਨ ਸਭਾ 'ਚ ਪੇਸ਼ ਹੁੰਦਾ। ਅਤੇ ਉਸ ਤੋਂ ਫਿਰ ਉਹੀ ਪ੍ਰੋਸੀਜਰ ਹੈਗਾ, ਫਿਰ ਵਿਧਾਨ ਪਰਿਸ਼ਦ ਅਤੇ ਐਂਡ 'ਤੇ ਜਾ ਕੇ ਰਾਜਪਾਲ ਪਰ ਉਸ ਧਨ ਬਿੱਲ ਨੂੰ ਨਾ ਨਹੀਂ ਕਰ ਸਕਦਾ ਪਾਸ ਹੋਣ ਤੋਂ, ਕਿਉਂਕਿ ਉਹ ਰਾਜਪਾਲ ਦੀ ਮਨਜ਼ੂਰੀ ਦੇ ਨਾਲ ਹੀ ਪੇਸ਼ ਕੀਤਾ ਹੁੰਦਾ। ਅਤੇ ਜੋ ਸਧਾਰਨ ਬਿੱਲ ਹੈਗਾ, ਸਧਾਰਨ ਬਿੱਲ ਵਿਧਾਨ ਮੰਡਲ ਦੇ ਕਿਸੇ ਵੀ ਸਦਨ ਵਿੱਚ, ਭਾਵ ਵਿਧਾਨ ਸਭਾ ਵਿੱਚ ਜਾਂ ਵਿਧਾਨ ਪਰਿਸ਼ਦ ਵਿੱਚ ਪੇਸ਼ ਕੀਤਾ ਜਾ ਸਕਦਾ। ਸਧਾਰਨ ਬਿੱਲ ਜੋ ਧਨ ਬਿੱਲ ਹੈ ਉਹ ਇਕੱਲਾ ਵਿਧਾਨ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾਂਦਾ ਅਤੇ ਰਾਜਪਾਲ ਦੀ ਅਗੇਤਰੀ ਪ੍ਰਵਾਨਗੀ ਦੇ ਨਾਲ ਪੇਸ਼ ਕੀਤਾ ਜਾਂਦਾ ਧਨ ਬਿੱਲ, ਵਿੱਤੀ ਬਿੱਲ। ਰਾਜਪਾਲ ਸੈਸ਼ਨ ਜੱਜਾਂ ਅਤੇ ਅਧੀਨ ਜੱਜਾਂ ਦੀ ਨਿਯੁਕਤੀ ਕਰਦਾ ਹੈ ਅਤੇ ਕਾਨੂੰਨ ਤੋੜਨ ਵਾਲਿਆਂ ਦੀ ਸਜ਼ਾ ਘਟਾ ਜਾਂ ਪੂਰਨ ਮਾਫ਼ ਕਰ ਸਕਦਾ ਹੈ। ਜੋ ਸਾਡੇ ਜ਼ਿਲ੍ਹਾ ਜੱਜ ਹੁੰਦੇ ਨੇ, ਸੈਸ਼ਨ ਜੱਜ, ਇਹਨਾਂ ਦੀ ਨਿਯੁਕਤੀ ਰਾਜਪਾਲ ਕਰਦਾ। ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਤਾਂ ਰਾਸ਼ਟਰਪਤੀ ਕਰਦਾ। ਰਾਜਪਾਲ ਨੂੰ ਕੁਝ ਮਹੱਤਵਪੂਰਨ ਵਿਵੇਕਸ਼ੀਲ ਸ਼ਕਤੀਆਂ ਪ੍ਰਾਪਤ ਹਨ,
ਜਿਨ੍ਹਾਂ ਦਾ ਪ੍ਰਯੋਗ ਉਹ ਆਪਣੀ ਇੱਛਾ ਅਨੁਸਾਰ ਕਰਦਾ ਹੈ। ਮੁੱਖ ਮੰਤਰੀ ਵਿਵੇਕਸ਼ੀਲ ਭਾਵ ਜਿਵੇਂ ਕਈ ਵਾਰ ਕੋਈ ਬਿੱਲ ਲੱਗਦਾ ਰਾਜਪਾਲ ਨੂੰ ਲੱਗਦਾ ਕਿ ਇਹ ਬਿੱਲ ਪੂਰੇ ਦੇਸ਼ ਨਾਲ ਸੰਬੰਧਿਤ ਹੈ, ਇਸ ਬਿੱਲ ਦਾ ਪ੍ਰਭਾਵ ਬਾਕੀ ਅਦਰ ਸਟੇਟਸ 'ਤੇ ਹੀ ਪੈ ਸਕਦਾ ਜਾਂ ਕਿਸੇ ਕੇਂਦਰ ਸਰਕਾਰ ਦੇ ਕਾਨੂੰਨ 'ਤੇ ਪੈ ਸਕਦਾ, ਤਾਂ ਰਾਜਪਾਲ ਉਸ ਬਿੱਲ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਵੀ ਭੇਜ ਸਕਦਾ। ਅਤੇ ਰਾਜਪਾਲ ਦੀ ਇਸ ਸ਼ਕਤੀ ਨੂੰ, ਇਸ ਵਿਵੇਕਸ਼ੀਲ ਸ਼ਕਤੀ ਨੂੰ ਕੋਈ ਵੀ ਚੈਲੰਜ ਨਹੀਂ ਕਰ ਸਕਦਾ। ਅਤੇ ਅੱਗੋਂ ਰਾਸ਼ਟਰਪਤੀ ਦੀ ਮਰਜ਼ੀ ਹੁੰਦੀ ਹੈ ਉਸਨੂੰ ਪਾਸ ਕਰਨਾ ਨਾ ਕਰਨਾ, ਕਿ ਜੋ ਸ਼ਕਤੀਆਂ ਰਾਸ਼ਟਰਪਤੀ ਨੇ ਉਹ ਵਰਤੋਂ ਕਰਦਾ। ਤਾਂ ਰਾਜਪਾਲ ਨੂੰ ਕੁਝ ਮਹੱਤਵਪੂਰਨ ਵਿਵੇਕਸ਼ੀਲ ਭਾਵ ਮੰਨ ਲਓ ਕਿ ਬਿੱਲ ਲੱਗਦਾ ਉਸ ਨੂੰ ਵੀ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਜ਼ਰੂਰੀ ਹੈ, ਰਾਸ਼ਟਰਪਤੀ ਦੀ ਮਨਜ਼ੂਰੀ ਲਈ ਭੇਜ ਸਕਦਾ। ਅਤੇ ਮੰਨ ਲਓ ਕਈ ਵਾਰੀ ਕਿਸੇ ਨੂੰ ਕਿਸੇ ਇੱਕ ਦਲ ਨੂੰ ਬਹੁਮਤ ਪ੍ਰਾਪਤ ਨਾ ਹੋਵੇ, ਤਾਂ ਰਾਜਪਾਲ ਨੂੰ ਲੱਗੇ ਵੀ ਜਿਸ ਦਲ ਦੇ ਉਮੀਦਵਾਰ ਜ਼ਿਆਦਾ ਜਿੱਤੇ ਹੋਣ ਪਰ ਉਸਨੂੰ ਸਪਸ਼ਟ ਬਹੁਮਤ ਪ੍ਰਾਪਤ ਨਾ ਹੋਵੇ, ਭਾਵ ਉਸਨੂੰ ਜਿੰਨੇ ਮੈਂਬਰ ਚਾਹੀਦੇ ਨੇਗੇ ਸਰਕਾਰ ਬਣਾਉਣ ਦੇ ਲਈ ਉਹਨੇ ਮੈਂਬਰ ਉਸਦੇ ਨਾ ਜਿੱਤੇ ਹੋਣ, ਤਾਂ ਰਾਜਪਾਲ ਕਿਸੇ ਹੋਰ ਦਲ ਨੂੰ ਜੋ ਉਸ ਨੂੰ ਲੱਗਦਾ ਗਾ ਵੀ ਇਹ ਇੱਕ ਟਿਕਾਊ ਸਰਕਾਰ ਬਣਾ ਸਕਦੇ ਨੇ, ਤਾਂ ਰਾਜਪਾਲ ਉਸ ਦਲ ਨੂੰ ਸਰਕਾਰ ਬਣਾਉਣ ਲਈ ਜਾਂ ਬਹੁਮਤ ਸਾਬਤ ਕਰਨ ਲਈ ਵੀ ਕਹਿ ਸਕਦਾ। ਇਹ ਰਾਜਪਾਲ ਦੀਆਂ ਵਿਵੇਕਸ਼ੀਲ ਸ਼ਕਤੀਆਂ ਨੇ। ਮੁੱਖ ਮੰਤਰੀ ਦੀ ਨਿਯੁਕਤੀ ਸਮੇਂ ਜਦੋਂ ਕਿਸੇ ਦਲ ਨੂੰ ਬਹੁਮਤ ਪ੍ਰਾਪਤ ਨਹੀਂ ਹੁੰਦਾ, ਤਾਂ ਰਾਜ ਸਰਕਾਰ ਸੰਵਿਧਾਨ ਅਨੁਸਾਰ ਚੱਲ ਰਹੀ ਹੈ ਕਿ ਨਹੀਂ ਅਤੇ ਵੱਖ-ਵੱਖ ਵਿਭਾਗਾਂ ਦੀ ਜਾਣਕਾਰੀ ਲੈਣ ਸਮੇਂ ਰਾਜਪਾਲ ਆਪਣੀ ਇੱਛੁਕ ਸ਼ਕਤੀਆਂ ਦੀ ਵਰਤੋਂ ਕਰਦਾ ਹੈ। ਜੇ ਰਾਜ ਸਰਕਾਰ ਸੰਵਿਧਾਨਿਕ ਨਿਯਮਾਂ ਅਨੁਸਾਰ ਨਹੀਂ ਚੱਲ ਰਹੀ ਹੁੰਦੀ, ਤਾਂ ਰਾਜਪਾਲ ਰਾਸ਼ਟਰਪਤੀ ਰਾਜ ਦੀ ਘੋਸ਼ਣਾ ਕਰ ਸਕਦਾ ਹੈ। ਇਸ ਦੌਰਾਨ ਅਸਲੀ ਕਾਰਜ ਸਾਧਕ ਹੁੰਦਾ ਹੈ। ਜੇਕਰ ਰਾਜ ਸਰਕਾਰ ਸੰਵਿਧਾਨਿਕ ਨਿਯਮਾਂ ਅਨੁਸਾਰ ਨਹੀਂ ਚੱਲਦੀ, ਤਾਂ ਰਾਜਪਾਲ ਰਾਸ਼ਟਰਪਤੀ ਰਾਜ ਵੀ ਲਾਗੂ ਕਰ ਸਕਦਾ ਹੈ। ਤਾਂ ਇਸ ਦੌਰਾਨ ਉਸ ਕੋਲ ਸਾਰੀਆਂ ਸ਼ਕਤੀਆਂ, ਅਸਲੀ ਕਾਰਜ ਸਾਧਕ ਦੀਆਂ ਸ਼ਕਤੀਆਂ ਆ ਜਾਂਦੀਆਂ ਨੇ। ਬਹੁਵਿਕਲਪੀ ਵਿਧਾਨ ਸਭਾ ਵਿੱਚ ਹਰੇਕ ਸਾਲ ਬਜਟ ਕਿਸ ਦੁਆਰਾ ਪੇਸ਼ ਕਰਵਾਇਆ ਜਾਂਦਾ ਹੈ? ਤਾਂ ਇਹ ਕੰਮ ਹੈ ਰਾਜਪਾਲ ਦਾ। ਰਾਜਪਾਲ ਕਰਾਉਂਦਾ ਹੈ ਅਗੇਤਰੀ ਪ੍ਰਵਾਨਗੀ ਦੇ ਦੁਆਰਾ। ਜਦੋਂ ਵਿਧਾਨ ਪਾਲਿਕਾ ਦਾ ਅਧਿਵੇਸ਼ਨ ਨਾ ਹੋ ਰਿਹਾ ਹੋਵੇ, ਤਾਂ ਰਾਜਪਾਲ ਲੋੜ ਪੈਣ 'ਤੇ ਅਧਿਆਦੇਸ਼ ਜਾਰੀ ਵੀ ਕਰ ਸਕਦਾ ਹੈ। ਇਹ ਕਿਸ ਸਮਾਨ ਲਾਗੂ ਹੁੰਦਾ ਹੈ? ਕਿਸ ਸਮਾਨ ਹੁੰਦਾ ਗਾ ਇਹ? ਵਿਧਾਨ ਪਾਲਿਕਾ ਦੇ ਕਾਨੂੰਨ ਦੇ ਬਰਾਬਰ। ਦੇਖੋ ਅਸੀਂ ਇੱਥੇ ਪੜ੍ਹ ਕੇ ਆਏ ਸੀਗੇ ਨੰਬਰ 4 'ਤੇ, ਇੱਕ ਕਾਨੂੰਨ ਸਮਾਨ ਹੀ ਲਾਗੂ ਹੁੰਦਾ। ਕਾਹਦਾ ਕਾਨੂੰਨ? ਤਾਂ ਰਾਜਪਾਲ ਦਾ ਸੰਬੰਧ ਕਿਹਦੇ ਨਾਲ ਹੈਗਾ? ਰਾਜ ਨਾਲ ਆ। ਤਾਂ ਵਿਧਾਨ ਪਾਲਿਕਾ ਦੇ ਕਾਨੂੰਨ ਦੇ ਬਰਾਬਰ। ਵਿਧਾਨ ਪਾਲਿਕਾ ਦੇ ਕਾਨੂੰਨ ਦੇ ਬਰਾਬਰ ਉਹ ਸ਼ਕਤੀਆਂ ਜਿਨ੍ਹਾਂ ਦੀ ਵਰਤੋਂ ਰਾਜਪਾਲ ਆਪਣੀ ਮਰਜ਼ੀ ਅਨੁਸਾਰ ਕਰਦਾ ਹੈ, ਉਸ ਨੂੰ ਕਹਿੰਦੇ ਨੇ ਇੱਛੁਕ ਸ਼ਕਤੀਆਂ। ਰਾਜਪਾਲ ਰਾਜ ਦਾ ਅਸਲੀ ਕਾਰਜ ਸਾਧਕ ਕਦੋਂ ਹੁੰਦਾ ਹੈ? ਰਾਸ਼ਟਰਪਤੀ ਸ਼ਾਸਨ ਦੌਰਾਨ। ਰਾਸ਼ਟਰਪਤੀ ਸ਼ਾਸਨ ਦੌਰਾਨ ਹੁੰਦਾ ਗਾ। ਖਾਲਿਸਤਾਨ ਰਾਜਪਾਲ ਰਾਜ ਵਿਧਾਨ ਪਾਲਿਕਾ ਦਾ ਅਧਿਵੇਸ਼ਨ ਬੁਲਾਉਂਦਾ ਹੈ ਅਤੇ ਸਮਾਪਤ ਕਰਦਾ ਹੈ। ਵਿਧਾਨ ਪਾਲਿਕਾ ਦੁਆਰਾ ਪਾਸ ਬਿੱਲ ਨੂੰ ਰਾਜਪਾਲ ਮਨਜ਼ੂਰੀ ਦਿੰਦਾ ਹੈ। Lesson 12 State Government. First question, the budget is presented every year with the prior approval of governor. ਤੇ ਜੋ ਬਜਟ ਹੁੰਦਾ ਗਾ ਉਹ ਰਾਜਪਾਲ ਦੀ ਅਗੇਤਰੀ ਪ੍ਰਵਾਨਗੀ ਦੁਆਰਾ ਪੇਸ਼ ਕੀਤਾ ਜਾਂਦਾ ਹੈ। The ordinance is issued by the governor when the legislature is not in session. It is just like a law of legislative assembly. ਰਾਜ ਵਿਧਾਨ ਪਾਲਿਕਾ ਦੇ ਕਾਨੂੰਨ ਦੇ ਸਮਾਨ। Powers are exercised by the governor with his own judgment. ਉਹਨਾਂ ਨੂੰ ਇਸ ਕਹਿੰਦੇ ਇੱਛੁਕ ਸ਼ਕਤੀਆਂ।
when the governor acts as the real executive during present rule। ਇਸ ਤਰ੍ਹਾਂ ਅਸੀਂ ਅੱਜ ਵਾਲੀ ਸਲਾਈਡ ਦਾ ਕੰਮ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ 'ਚ ਕੀਤਾ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਹਰੇਕ ਵੀਡੀਓ ਬਾਰੇ ਪਤਾ ਲੱਗ ਸਕੇ। ਧੰਨਵਾਦ।